खुली सड़क पे सो रहा है। ਪੰਜਾਬ ਦੇ ਵਿੱਚ ਲੋਕਾਂ ਨੂੰ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ। ਉਹਨਾਂ ਦੀ ਸਰਕਾਰ ਦਿੱਲੀ ਵਿੱਚ ਮੋਦੀ ਦੇ 3 ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੂੰ ਅਡਾਪਟ ਕਰ ਚੁੱਕੀ। ये सोच के सारी रात नींद नहीं आती। ये लड़ाई सिर्फ हमारे किसान भाइयों की नहीं है, ये हम सबकी लड़ाई है। जरा सोचिए, जो 2 वक्त की रोटी हम खाते हैं वो हमारे किसान भाइयों की मेहनत की उगाई हुई है। कल पंजाब के मुख्यमंत्री ने मुझ पे आरोप लगाया कि दिल्ली में मैंने ये काले कानून पास कर दिए। ਇਸ ਨੋਟੀਫਿਕੇਸ਼ਨ ਦੇ ਮੁਤਾਬਕ ਜਿਹੜਾ ਹੈ ਦਿੱਲੀ ਦੀ ਸਰਕਾਰ ਨੇ ਮੋਦੀ ਵੱਲੋਂ ਬਣਾਏ ਗਏ 3 ਕਾਨੂੰਨ ਜਿਹੜੇ ਨੇ ਸੀ ਉਹਨਾਂ ਤਿੰਨਾਂ ਚੋਂ ਇੱਕ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ। इतने नाजुक मौके पे भी इस तरह की गिरी हुई राजनीति कैप्टन साहब कैसे कर सकते हैं? ਪਾਰਟੀ ਦੇ ਪੰਜਾਬ ਦੇ ਆਗੂ ਇਹਨਾਂ ਨੂੰ ਜ਼ਰੂਰ ਪੁੱਛੋ ਤੁਸੀਂ ਕਿ ਤੁਸੀਂ ਪੰਜਾਬ ਦੇ ਕਿਸਾਨ ਨਾਲ ਖੜੇ ਹੋ ਕਿ ਮੋਦੀ ਦੀ ਸਰਕਾਰ ਦੇ ਨਾਲ ਖੜੇ ਹੋ। जिस दिन राष्ट्रपति के इन तीनों कानूनों पे दस्तखत हुए थे उसी दिन ये तीनों कानून पूरे देश में लागू हो गए। ਤੇ ਇੱਕ ਪਾਸੇ ਉਹਨਾਂ ਦੀ ਹੀ ਸਰਕਾਰ ਮੋਦੀ ਦੇ 3 ਕਾਨੂੰਨਾਂ ਵਿੱਚੋਂ ਚੱਕ ਕੇ ਇੱਕ ਕਾਨੂੰਨ ਨੂੰ ਲਾਗੂ ਕੀਤਾ ਜਾ ਰਿਹਾ ਹੈ। ये कानून केंद्र सरकार लाई है और कोई भी राज्य सरकार इन कानूनों को ना तो रोक सकती है और ना पास कर सकती है। जब से हमने दिल्ली के 9 स्टेडियम को जेल बनाने से रोका है तब से केंद्र की भाजपा सरकार मुझसे बहुत ज्यादा नाराज है। ਉਹ ਇਹ ਕਾਨੂੰਨ ਇੱਥੇ ਦਿੱਲੀ ਦੇ ਵਿੱਚ ਲਾਗੂ ਕੀਤਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ। केंद्र सरकार का पूरा प्लान था कि जब किसान दिल्ली आएंगे तो उन्हें इन 9 स्टेडियम में डाल देंगे। ਕਿ ਅਗਰ ਆਮ ਆਦਮੀ ਪਾਰਟੀ ਵਾਲੇ ਏਡੇ ਸੱਚੇ ਸੁੱਚੇ ਨੇ ਕਿਸਾਨਾਂ ਦੇ ਹਿਤੈਸ਼ੀ ਆ ਤੇ ਅਰਵਿੰਦ ਕੇਜਰੀਵਾਲ ਨੂੰ ਕਹਿ ਕੇ ਤੁਸੀਂ ਦਿੱਲੀ ਦੀ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਓ ਤੇ ਮੋਦੀ ਦੇ ਕਾਨੂੰਨ ਰੱਦ ਕਰੋ। क्या इन्हीं लोगों का आप पे दबाव है जो आप मुझ पे झूठे आरोप लगा रहे हो, मुझे गालियां दे रहे हो, बीजेपी की बोली बोल रहे हो? ਅਰਵਿੰਦ ਕੇਜਰੀਵਾਲ ਜਿਹੜਾ ਹੈ ਪਿਛਲੇ ਕੁਝ ਸਮੇਂ ਤੋਂ ਜਾਂ ਤਾਂ ਉਹਨਾਂ ਤੋਂ ਡਰ ਗਿਆ ਅਮਿਤ ਸ਼ਾਹ ਹੋਣਾ ਤੋਂ ਤੇ ਜਾਂ ਉਹਨਾਂ ਦੇ ਨਾਲ ਰਲ ਗਿਆ ਵਾ। ਖੇਤੀ ਕਾਨੂੰਨਾਂ ਨੂੰ ਲੈ ਕੇ तमाम ਰਾਜਨੀਤੀ ਪਾਰਟੀਆਂ ਆਪਣੀ ਸਿਆਸੀ ਰੋਟੀਆਂ ਸੇਕਣ ਵਿੱਚ ਲੱਗੀਆਂ ਹੋਈਆਂ ਹਨ। ਪੰਜਾਬ ਦੀ ਸਿਆਸਤ 'ਚ ਇੱਕ ਵੱਡਾ ਭੁਚਾਲ ਉਸ ਸਮੇਂ ਆਇਆ ਜਦੋਂ ਆਪ ਤੋਂ ਬਾਗੀ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪ ਦੇ ਚਿਹਰੇ ਨੂੰ ਸਾਫ਼ ਕੀਤਾ। ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਦਿੱਲੀ ਦੀ ਆਪ ਸਰਕਾਰ ਨੇ ਖੇਤੀ ਕਾਨੂੰਨਾਂ ਵਿੱਚੋਂ ਇੱਕ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੱਸ ਦਈਏ ਕਿ ਪੰਜਾਬ 'ਚ ਲਗਾਤਾਰ ਆਪ ਕਿਸਾਨਾਂ ਦੇ ਹੱਕ 'ਚ ਖੜਾ ਹੋਣ ਦਾ ਦਾਅਵਾ ਕਰ ਰਹੀ ਸੀ। ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪਿੰਡ ਪੱਧਰ ਦੀ ਗ੍ਰਾਮ ਸਭਾਵਾਂ 'ਚ ਜਾ ਕੇ ਮਤੇ ਪਵਾਉਣੇ ਸ਼ੁਰੂ ਕਰ ਦਿੱਤੇ ਸੀ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕਿਆ ਜਾ ਸਕੇ, ਪਰੰਤੂ ਸੁਖਪਾਲ ਸਿੰਘ ਖਹਿਰਾ ਨੇ ਆਪ ਦੀ ਦੋਹਰੀ ਚਾਲ ਦਾ ਪਰਦਾਫਾਸ਼ ਕਰ ਦਿੱਤਾ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਅਹਿਮ ਇਸ਼ੂ ਦੇ ਉੱਤੇ ਗੱਲ ਕਰਨੀ ਹੈ ਕਿ ਕਿਸ ਤਰ੍ਹਾਂ ਇਸ ਦੇਸ਼ ਦੇ ਸਿਆਸਤਦਾਨ ਤੇ ਪੋਲੀਟੀਕਲ ਪਾਰਟੀਆਂ ਲੋਕਾਂ ਨੂੰ ਮੂਰਖ ਸਮਝਦੀਆਂ ਨੇ ਤੇ ਦੋਗਲੀ ਰਾਜਨੀਤੀ ਕਰਦੀਆਂ ਨੇ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਕਰਾਂ, ਮੈਂ ਦੱਸਣਾ ਚਾਹੁੰਦਾ ਕਿ ਆਪਣੇ ਸਭ ਦਾ ਧਿਆਨ ਜਿਹੜਾ ਉਹ ਕਿਸਾਨਾਂ ਦੇ ਸੰਘਰਸ਼ ਵੱਲ ਲੱਗਿਆ ਹੋਇਆ ਔਰ ਹੁਣ ਵੀ ਮੈਂ ਕੁੰਡਲੀ ਬਾਰਡਰ ਤੇ ਜਾ ਕੇ ਜਿੰਨਾ ਵੀ ਸਾਡੀ ਸਮਰੱਥਾ ਅਸੀਂ ਉਹਦੇ ਵਿੱਚ ਇਸ ਵੱਡੇ ਇੱਕ ਜਿਹਾਦ ਜਿਹੜਾ ਛੇੜਿਆ ਉਹਨਾਂ ਉਹਦੇ ਵਿੱਚ ਅਸੀਂ ਯੋਗਦਾਨ ਪਾਉਣ ਚੱਲੇ ਆ। ਲੇਕਿਨ ਅੱਜ ਜਿਹੜੀ ਮੈਂ ਗੱਲ ਇੰਪੋਰਟੈਂਟ ਤੁਹਾਡੇ ਨਾਲ ਕਰਨਾ ਚਾਹੁੰਦਾ ਉਹ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਵੱਲੋਂ ਆ ਇੱਕ ਹੱਥ ਮੇਰੇ ਵਿੱਚ ਨੋਟੀਫਿਕੇਸ਼ਨ ਹੈ। ਕੋਸ਼ਿਸ਼ ਕਰੂੰਗਾ ਮੈਂ ਇਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰਾਂ। ਇਹ ਨੋਟੀਫਿਕੇਸ਼ਨ 23 ਨਵੰਬਰ ਨੂੰ ਇਸ਼ੂ ਕੀਤੀ ਆ। ਇਸ ਨੋਟੀਫਿਕੇਸ਼ਨ ਦੇ ਮੁਤਾਬਕ ਜਿਹੜਾ ਹੈ ਦਿੱਲੀ ਦੀ ਸਰਕਾਰ ਨੇ ਮੋਦੀ ਵੱਲੋਂ ਬਣਾਏ ਗਏ 3 ਕਾਨੂੰਨ ਜਿਹੜੇ ਨੇ ਸੀ ਉਹਨਾਂ ਤਿੰਨਾਂ ਚੋਂ ਇੱਕ ਆਰਡੀਨੈਂਸ ਨੂੰ ਪ੍ਰਵਾਨਗੀ ਦੇ ਦਿੱਤੀ। ਇਹ ਟੈਲੀਫੋਨ ਤੇ ਅਗਰ ਤੁਸੀਂ ਦੇਖ ਸਕੋਗੇ, ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵੀ ਹੈ। ਇਹਦੇ ਚੋਂ ਮੈਂ ਤੁਹਾਨੂੰ ਦੱਸ ਦਿੰਦਾ, ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਕੀਤਾ ਵਾ, ਪ੍ਰੋਟੈਸਟ ਐਟ ਡੋਰ ਸਟੈਪਸ, ਦਿੱਲੀ ਗਵਰਨਮੈਂਟ ਨੋਟੀਫਾਈਜ਼ ਵਨ ਆਫ ਦ 3 ਫਾਰਮ ਲਾਜ਼। ਮਤਲਬ ਕਿ ਇੱਕ ਆਰਡੀਨੈਂਸ ਨੂੰ ਦਿੱਲੀ ਦੀ ਸਰਕਾਰ ਨੇ ਪ੍ਰਵਾਨਗੀ ਦਿੱਤੀ ਔਰ ਇਹ ਜਿਹੜਾ ਆਰਡੀਨੈਂਸ ਹੈ ਇਹ ਆਰਡੀਨੈਂਸ ਹੈਗਾ ਵਾ ਜੀ, ਦ ਦਿੱਲੀ ਗਵਰਨਮੈਂਟ ਹੈਜ਼ ਨੋਟੀਫਾਈਡ ਦ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰੋਮੋਸ਼ਨ ਐਂਡ ਫੈਸਿਲਿਟੇਸ਼ਨ ਆਰਡੀਨੈਂਸ 2020। ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ ਜਿਹੜੇ ਨੇ ਉਹ ਬਾਹਾਂ ਖੜੀਆਂ ਕਰਕੇ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਤੇ ਪੰਜਾਬ ਦੇ ਲੋਕਾਂ ਦੇ ਹਿਤੈਸ਼ੀ ਆ ਔਰ ਉੱਥੇ ਕਈ ਤਰ੍ਹਾਂ ਦੇ ਪਖੰਡ ਵੀ ਰਚਾਏ ਗਏ ਪੰਜਾਬ ਦੇ ਵਿੱਚ, ਕਦੀ ਟਰੈਕਟਰਾਂ ਤੇ ਚੜ੍ਹ ਕੇ ਤੇ ਕਦੀ ਗ੍ਰਾਮ ਸਭਾ ਦੇ ਮਤੇ ਪਾਸ ਕਰਵਾ ਕੇ। ਤੇ ਇੱਕ ਪਾਸੇ ਉਹਨਾਂ ਦੀ ਹੀ ਸਰਕਾਰ ਮੋਦੀ ਦੇ 3 ਕਾਨੂੰਨਾਂ ਵਿੱਚੋਂ ਚੱਕ ਕੇ ਇੱਕ ਕਾਨੂੰਨ ਨੂੰ ਲਾਗੂ ਕੀਤਾ ਜਾ ਰਿਹਾ ਔਰ ਇਹ ਕਾਨੂੰਨ ਜਿਹੜਾ ਹੈ ਇਹ APMC ਐਕਟ ਨੂੰ ਇਫੈਕਟ ਕਰਦਾ ਵਾ। ਯਾਨੀ ਕਿ ਜਿੱਦਾਂ ਪੰਜਾਬ ਨੂੰ APMC ਐਕਟ ਜਦੋਂ ਅਬੋਲਿਸ਼ ਕਰੇਗੀ ਮੋਦੀ ਦੀ ਸਰਕਾਰ, ਸਾਨੂੰ 5000 ਕਰੋੜ ਰੁਪਈਆ ਪੰਜਾਬ ਮੰਡੀ ਬੋਰਡ ਨੂੰ ਜਿਹੜਾ ਘਾਟਾ ਪੈਣਾ ਵਾ, ਉਹ ਇਹ ਕਾਨੂੰਨ ਇੱਥੇ ਦਿੱਲੀ ਦੇ ਵਿੱਚ ਲਾਗੂ ਕੀਤਾ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ। ਔਰ ਇਹ ਗੱਲ ਕਾਫੀ ਹੱਦ ਤੱਕ ਟਵਿੱਟਰ ਦੇ ਉੱਤੇ ਵੀ ਪ੍ਰਚਲਿਤ ਹੈ। ਮੈਂ ਟਵਿੱਟਰ ਤੇ ਵੀ ਸਾਰਾ ਜਾ ਕੇ ਦੇਖਿਆ ਕਿ ਇਹ ਉੱਥੇ ਕੋਈ ਢੰਗ ਦੀ ਕੋਈ
ਦਲੀਲ ਨਹੀਂ ਪੇਸ਼ ਕਰ ਸਕੇ ਕਿ ਕਦ ਲਈ ਕੀਤਾ। ਤਾਂ ਅਸੀਂ ਕੇਜਰੀਵਾਲ ਨੂੰ ਤਾਂ ਪੁੱਛ ਨਹੀਂ ਸਕਦੇ ਕਿਉਂਕਿ ਉੱਥੇ ਅਸੀਂ ਵੋਟਾਂ ਨਹੀਂ ਉਹਨਾਂ ਨੂੰ ਪਾਈਆਂ, ਲੇਕਿਨ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਹ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂ, ਇਹਨਾਂ ਨੂੰ ਜ਼ਰੂਰ ਪੁੱਛੋ ਤੁਸੀਂ ਕਿ ਤੁਸੀਂ ਪੰਜਾਬ ਦੇ ਕਿਸਾਨ ਨਾਲ ਖੜੇ ਹੋ ਕਿ ਮੋਦੀ ਦੀ ਸਰਕਾਰ ਦੇ ਨਾਲ ਖੜੇ ਹੋ, ਕਿਉਂਕਿ ਇਹ ਜਿਹੜੀ ਨੋਟੀਫਿਕੇਸ਼ਨ ਹੈ ਇਹ 23 ਨਵੰਬਰ ਦੀ ਹੈ 2020 ਦੀ, ਕੋਈ ਕੱਲ ਪਰਸੋਂ ਜਾਂ ਮਤਲਬ ਕੋਈ ਬਹੁਤ ਪੁਰਾਣੀ ਗੱਲ ਨਹੀਂ ਮੈਂ ਕਰ ਰਿਹਾ, ਇਹ ਤਾਜ਼ੀ ਬਿਲਕੁਲ ਨੋਟੀਫਿਕੇਸ਼ਨ ਹੈ। ਇਸ ਲਈ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਵਾਰ ਪੰਜਾਬ ਦੇ ਲੋਕਾਂ ਨੂੰ ਘੱਟੋ ਘੱਟ, ਦਿੱਲੀ ਤੁਸੀਂ ਕੀ ਕਰਦੇ ਹੋ, ਦਿੱਲੀ 'ਚ ਕਿਹੜਾ ਮਾਡਲ ਪੇਸ਼ ਕਰਦੇ ਹੋ, ਕੀ ਕਰਦੇ, ਸਾਡਾ ਕੋਈ ਸਰੋਕਾਰ ਨਹੀਂ। ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਅਸੀਂ ਆਪਣੇ ਸੂਬੇ ਦੇ ਲੋਕਾਂ ਦੀ ਔਰ ਖਾਸ ਤੌਰ ਤੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਪੰਜਾਬ ਦੇ ਵਿੱਚ ਬੜੇ ਜ਼ੋਰਦਾਰ ਢੰਗ ਨਾਲ ਉੱਠੀ ਹੋਈ ਹੈ। ਲੱਖਾਂ ਦੀ ਤਾਦਾਦ ਵਿੱਚ ਕਿਸਾਨ ਦਿੱਲੀ ਪਹੁੰਚੇ ਹੋਏ ਨੇ ਔਰ ਦਿੱਲੀ ਪਹੁੰਚ ਕੇ ਉਹ ਇਸ ਸਰਦੀ ਦੀ ਰੁੱਤ ਵਿੱਚ ਭੁੰਜੇ ਸੌਂ ਰਹੇ ਨੇ, ਘਰ-ਬਾਰ ਛੱਡ ਕੇ ਆਏ ਹੋਏ ਨੇ। ਤੇ ਸਾਡੀ ਇੱਕ ਉਹ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਲੋਕਾਂ ਨੂੰ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ, ਉਹਨਾਂ ਦੀ ਸਰਕਾਰ ਦਿੱਲੀ ਵਿੱਚ ਮੋਦੀ ਦੇ 3 ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੂੰ ਅਡਾਪਟ ਕਰ ਚੁੱਕੀ ਹੈ। ਸ਼ਾਇਦ ਦੂਜੇ ਵੀ 2 ਅਡਾਪਟ ਕਰ ਲੈਣਗੇ ਛੇਤੀ ਨਾਲ, ਉਹਨਾਂ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਸਾਹਮਣੇ ਆਵੇਗੀ। ਤਾਈਓ ਅਸੀਂ ਕਹਿੰਦੇ ਸੀ ਨਾ ਕਿ ਅਗਰ ਆਮ ਆਦਮੀ ਪਾਰਟੀ ਵਾਲੇ ਏਡੇ ਸੱਚੇ ਸੁੱਚੇ ਨੇ, ਕਿਸਾਨਾਂ ਦੇ ਹਿਤੈਸ਼ੀ ਆ, ਤੇ ਅਰਵਿੰਦ ਕੇਜਰੀਵਾਲ ਨੂੰ ਕਹਿ ਕੇ ਤੁਸੀਂ ਦਿੱਲੀ ਦੀ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਓ ਤੇ ਮੋਦੀ ਦੇ ਕਾਨੂੰਨ ਰੱਦ ਕਰੋ। ਪੰਜਾਬ ਦੀ ਵਿਧਾਨ ਸਭਾ ਦਾ ਤਾਂ ਬੜੀ ਛੇਤੀ ਨੁਕਸ ਕੱਢਿਆ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਤਾ ਜੀ। ਹਾਲਾਂਕਿ ਵਿੱਚ ਵੋਟਾਂ ਪਾਈਆਂ, ਵਿੱਚ ਮਤੇ ਨਾਲ ਸਹਿਮਤੀ ਜਤਾਈ, ਉੱਥੇ ਤਕਰੀਰਾਂ ਅੰਦਰ ਕੀਤੀਆਂ, ਬਾਅਦ ਵਿੱਚ ਗਵਰਨਰ ਪੰਜਾਬ ਨੂੰ ਨਾਲ ਮਿਲਣਗੇ ਕੈਪਟਨ ਅਮਰਿੰਦਰ ਸਿੰਘ ਦੇ, ਤੇ ਥੋੜੇ ਚੰਦ ਘੰਟਿਆਂ ਦੇ ਬਾਅਦ ਫਿਰ ਲੋਕ ਯੂ ਟਰਨ ਲੈ ਕੇ ਤੇ ਕਹਿਣ ਲੱਗੇ ਜੀ ਲੋਕਾਂ ਨੂੰ ਮੂਰਖ ਬਣਾਤਾ, ਕਿਸਾਨਾਂ ਦੇ ਉਲਟ ਲਿਆਉਣ ਦਾ ਕਾਨੂੰਨ। ਚਲੋ ਮੰਨ ਲਿਆ ਕਿ ਪੰਜਾਬ ਦੀ ਵਿਧਾਨ ਸਭਾ ਨੇ ਕੁਝ ਕਾਨੂੰਨ ਹੋ ਸਕਦਾ ਕੋਈ ਕਮਜ਼ੋਰ ਬਣਾਏ ਨੇ, ਕਿਉਂਕਿ ਆਫਟਰ ਆਲ ਲੋਕ ਸਭਾ ਨੂੰ ਓਵਰਰਾਈਡ ਕਰਨਾ ਕੋਈ ਸੌਖਾ ਨਹੀਂਗਾ, ਕਿਉਂਕਿ ਲੋਕ ਸਭਾ ਸੁਪਰੀਮ ਹੈ, ਇਸ ਦੇਸ਼ ਦੀ ਪਾਰਲੀਮੈਂਟ ਹੈ। ਪਰ ਤੁਸੀਂ ਮੈਨੂੰ ਦੱਸੋ ਕਿ ਜੇ ਪੰਜਾਬ ਵਾਲਿਆਂ ਨੇ ਕਾਨੂੰਨ ਕਮਜ਼ੋਰ ਬਣਾਤੇ ਸੀ, ਮੈਂ ਤਾਂ ਬਹੁਤ ਦੇਰ ਦਾ ਕਹਿ ਰਿਹਾ ਕਿ ਤੁਸੀਂ ਦਿੱਲੀ ਦੀ ਵਿਧਾਨ ਸਭਾ ਤੁਹਾਡੇ ਕੋਲ ਹੈ, ਸਰਕਾਰ ਤੁਹਾਡੀ ਆਪਣੀ ਹੈ, ਤੁਸੀਂ ਦਿੱਲੀ ਵਿੱਚ ਅੱਛੇ ਕਾਨੂੰਨ ਬਣਾ ਦਿਓ, ਤਕੜੇ ਬਣਾ ਦਿਓ, ਸੁਪਰੀਮ ਕੋਰਟ ਦੇ ਅੱਛੇ ਵਕੀਲਾਂ ਨਾਲ ਸਲਾਹ ਕਰਕੇ ਅਸੀਂ ਤੁਹਾਡੇ ਵਾਲੇ ਕਾਪੀ ਕਰ ਲਾਂਗੇ ਪੰਜਾਬ ਵਿਧਾਨ ਸਭਾ ਵਿੱਚ। ਅੱਜ ਤੱਕ ਦਿੱਲੀ ਵਿਧਾਨ ਸਭਾ ਨੇ ਮਤਾ ਤਾਂ ਕੀ ਪਾਸ ਕਰਨਾ ਸੀਗਾ ਰੱਦ ਕਰਦੇ ਹੋਏ ਕਾਨੂੰਨ ਮੋਦੀ ਦੇ ਬਣਾਏ ਹੋਏ, ਲੇਕਿਨ ਉਹਨਾਂ 3 ਕਾਨੂੰਨਾਂ ਚੋਂ ਇੱਕ ਨੂੰ ਆਰਡੀਨੈਂਸ ਨੂੰ ਇਹਨਾਂ ਨੇ ਨੋਟੀਫਾਈ ਕਰਤਾ, ਯਾਨੀ ਕਿ ਅਡਾਪਟ ਕਰ ਲਿਆ। ਇਹ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਲਈ ਤੇ ਆਮ ਆਦਮੀ ਪਾਰਟੀ ਵਾਸਤੇ ਬਹੁਤ ਮਾੜੀ ਗੱਲ ਹੈ ਔਰ ਉਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਦੀ ਕਚਹਿਰੀ ਵਿੱਚ ਇਸ ਗੱਲ ਦਾ ਜਵਾਬ ਦੇਣਾ ਪਵੇਗਾ। ਇਹ ਨਹੀਂਗਾ ਕਿ ਅਸੀਂ ਉਹ ਅੰਗਰੇਜ਼ੀ ਦੀ ਕਹਾਵਤ ਹੈ ਕਿ ਹੈਗੀ ਆ ਦੋਗਲੀ ਰਾਜਨੀਤੀ ਦੀ, ਉਹ ਹੁੰਦਾ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਨਾਲੇ ਤਾਂ ਜਿਹੜਾ ਸਿਹਾ ਹੁੰਦਾ ਭੱਜਦਾ, ਜਿਹੜਾ ਸ਼ਿਕਾਰ ਹੋ ਰਿਹਾ ਹੁੰਦਾ ਉਹਦੇ ਨਾਲ ਵੀ ਭੱਜੀ ਜਾਣਾ, ਤੇ ਨਾਲੇ ਜਿਹੜਾ ਹਾਊਂਡ ਹੁੰਦਾ ਜਿਹੜੇ ਸ਼ਿਕਾਰ ਕਰਦੇ ਨੇ ਨਾਲੇ ਸ਼ਿਕਾਰੀ ਵੀ ਬਣ ਜਾਣਾ। 2 ਗੱਲਾਂ ਨਹੀਂ ਜ਼ਿੰਦਗੀ ਦੇ ਵਿੱਚ ਹੋ ਸਕਦੀਆਂ। ਇਹ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਨੋਟੀਫਿਕੇਸ਼ਨ ਨੂੰ ਇਸ ਵੀਡੀਓ ਦੇ ਨਾਲ ਮੈਂ ਪੋਸਟ ਕਰਾਂ। ਅਗਰ ਨਹੀਂ ਵੀ ਕਰ ਸਕਿਆ ਤਾਂ ਤੁਸੀਂ ਸਮਝ ਲੈਣਾ, ਤੁਸੀਂ ਇੰਡੀਅਨ ਐਕਸਪ੍ਰੈਸ ਨੂੰ ਗੂਗਲ ਕਰਕੇ ਤੁਸੀਂ ਇਹ ਸਾਰੀ ਖਬਰ ਇੰਡੀਅਨ ਐਕਸਪ੍ਰੈਸ ਅਖਬਾਰ ਵਿੱਚ ਛਪ ਚੁੱਕੀ ਹੈ ਔਰ ਇਹ ਨੋਟੀਫਿਕੇਸ਼ਨ ਜਿਹੜੀ ਦੱਸਦੀ ਹੋਏ, ਇਸ ਨੂੰ ਮੈਂ ਅੱਛੀ ਤਰ੍ਹਾਂ ਪੜ੍ਹਿਆ ਚੰਗੀ ਤਰ੍ਹਾਂ ਨਾਲ। ਇਹਨਾਂ ਨੇ, ਇਸ ਸਰਕਾਰ ਨੇ ਮੋਦੀ ਦੀ ਇੱਕ ਕਿਸਮ ਦੀ ਟੇਸਿਟ ਤਰੀਕੇ ਨਾਲ ਮਦਦ ਕੀਤੀ ਆ। ਤਾਂ ਮੈਂ ਕਹਿੰਦਾ ਹੁੰਦਾ ਸੀਗਾ ਕਿ ਇਹ ਅਰਵਿੰਦ ਕੇਜਰੀਵਾਲ ਜਿਹੜਾ ਹੈ ਪਿਛਲੇ ਕੁਝ ਸਮੇਂ ਤੋਂ ਜਾਂ ਤਾਂ ਉਹਨਾਂ ਤੋਂ ਡਰ ਗਿਆ ਅਮਿਤ ਸ਼ਾਹ ਹੋਣਾ ਤੋਂ, ਤੇ ਜਾਂ ਉਹਨਾਂ ਦੇ ਨਾਲ ਰਲ ਗਿਆ ਵਾ। ਜਿਸ ਤਰ੍ਹਾਂ ਨਾਲ ਦਿੱਲੀ ਵਿੱਚ ਮੁਸਲਮਾਨਾਂ ਦੀ ਕਤਲੋਗਾਰਤ ਹੋਈ ਆ, ਸ਼ਹੀਨ ਬਾਗ ਦਾ ਮੋਰਚਾ ਲੱਗਿਆ ਸੀਗਾ, ਦਿੱਲੀ ਵਿੱਚ ਜਿਹੜੇ ਚੰਗੇ ਯੂਨੀਵਰਸਿਟੀਆਂ ਦੇ ਜਿਹੜੇ ਇੰਟੈਲੈਕਚੁਅਲ ਲੋਕ ਸੀ ਉਹਨਾਂ ਤੇ ਯੂਆਪਾ ਦਾ ਦੁਰਉਪਯੋਗ ਕੀਤਾ, ਅਰਵਿੰਦ ਕੇਜਰੀਵਾਲ ਨੇ ਇੱਕ ਮੂੰਹੋਂ ਸ਼ਬਦ ਨਹੀਂ ਕੱਢਿਆ ਉਹਨਾਂ ਦੇ ਹੱਕ ਵਿੱਚ। ਜੰਮੂ ਕਸ਼ਮੀਰ ਦੇ 2 ਟੋਟੇ ਕੀਤੇ ਗਏ ਪਾਰਲੀਮੈਂਟ ਵਿੱਚ, ਇਹਨਾਂ ਨੇ ਬੀਜੇਪੀ ਦੀ ਸਪੋਰਟ ਕੀਤੀ ਆ। ਆਪਣੇ ਲਈ ਪੂਰਾ ਸਟੇਟਹੁੱਡ ਮੰਗਦੇ ਨੇ, ਇੱਕ ਬਣੀ ਬਣਾਈ ਸਟੇਟ ਦਾ 2 ਟੋਟੇ ਕਰਕੇ ਯੂਨੀਅਨ ਟੈਰੀਟਰੀਜ਼ ਬਣਾਤੀ, ਉਸ ਨੂੰ ਇਹਨਾਂ ਨੇ ਜਸਟੀਫਾਈ ਕੀਤਾ। ਉਹ ਵੀ ਦੋਗਲੀ ਰਾਜਨੀਤੀ ਸੀ। ਪਰ ਜਿਹੜੇ ਝਾੜੂ ਵਾਲੇ ਨੇ ਬਹੁਤ ਸ਼ੋਰ ਮਚਾਉਂਦੇ ਨੇ, ਬੜਾ ਊਲ ਜਲੂਲ ਲਿਖਣਾ ਜਾਣਦੇ ਨੇ, ਪਰ ਮੈਂ ਗੱਲ ਕਹਿਣਾ ਚਾਹੁੰਦਾ ਕਿ ਸੱਚ ਰਹੇਗਾ। ਹੁਣ ਇਹ ਇਮਤਿਹਾਨ ਦੀ ਘੜੀ ਆ। ਅਰਵਿੰਦ ਕੇਜਰੀਵਾਲ ਨੂੰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਨੂੰ ਇਹ ਦੱਸਣਾ ਪਵੇਗਾ ਕਿ ਆਹ ਨੋਟੀਫਿਕੇਸ਼ਨ ਦਿੱਲੀ ਸਰਕਾਰ ਨੇ ਜਿਹੜੀ ਜਾਰੀ ਕੀਤੀ ਤੇ ਮੋਦੀ ਦੇ 3 ਕਾਨੂੰਨਾਂ ਵਿੱਚੋਂ ਤੁਸੀਂ ਇੱਕ ਆਰਡੀਨੈਂਸ ਨੂੰ ਅਡਾਪਟ ਕਰ ਲਿਆ, ਇਹਦਾ ਕਾਰਨ ਕੀ ਸੀਗਾ, ਇਹ ਕਿਉਂ ਕੀਤੇ ਗਏ ਨੇ, ਤੇ ਤੁਸੀਂ ਪੰਜਾਬ ਦੇ ਕਿਸਾਨਾਂ ਦੇ ਤੁਸੀਂ ਆਪਣਾ ਸਟੈਂਡ ਅੱਛੀ ਤਰ੍ਹਾਂ ਨਾਲ ਸਪਸ਼ਟ ਕਰੋ। ਜੇ ਮੋਦੀ ਵਾਲੇ ਪਾਸੇ ਰਹਿਣਾ ਰਵੋ ਜੀ ਸਦਕੇ, ਅਕਸਰ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਮੋਦੀ ਦੇ ਨਾਲ ਵੀ ਜੁੜੀਆਂ ਹੋਈਆਂ ਨੇ, ਪਰ ਪਖੰਡ ਨਾ ਕਰੋ, ਦੋਗਲੀ ਰਾਜਨੀਤੀ ਨਾ ਕਰੋ, ਡਬਲ ਸਟੈਂਡਰਡਸ ਵਿੱਚ ਇੰਡਲਜ ਨਾ ਕਰੋ। ਇਹੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ। ਪੂਰਨ ਆਸ ਹੈ ਕਿ ਤੁਸੀਂ ਇਸ ਗੱਲ ਨੂੰ ਤੱਥਾਂ ਦੇ ਆਧਾਰ ਦੇ ਉੱਤੇ ਮੰਨ ਕੇ
ਸਮਝ ਕੇ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਉਧਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਮ ਆਦਮੀ ਪਾਰਟੀ ਦੇ ਕਿਸਾਨੀ ਪ੍ਰਦਰਸ਼ਨ ਬਾਰੇ ਦੋਗਲੇਪਨ ਰਵੱਈਏ ਉੱਤੇ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਸੰਕਟ ਦੌਰਾਨ ਖਤਰਨਾਕ ਖੇਤੀ ਕਾਨੂੰਨਾਂ ਨੂੰ ਸ਼ਰਮਨਾਕ ਤਰੀਕੇ ਨਾਲ ਲਾਗੂ ਕਰਨ ਦੀ ਕਾਰਵਾਈ ਨੇ ਆਪ ਵੱਲੋਂ ਕਿਸਾਨਾਂ ਨਾਲ ਖੜੇ ਹੋਣ ਦੇ ਦਾਅਵਿਆਂ ਤੋਂ ਪਰਦਾ ਚੁੱਕ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਿਮਾਇਤ ਕਰਨ ਦਾ ਦਾਅਵਾ ਕਰ ਰਹੀ ਹੈ, ਜਦੋਂ ਕਿ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ 'ਚ 23 ਨਵੰਬਰ 2020 ਨੂੰ ਗਜਟ ਨੋਟੀਫਿਕੇਸ਼ਨ ਜਾਰੀ ਕਰਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਸਪਸ਼ਟ ਤੌਰ ਤੇ ਆਪਣੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਲਈ ਰਾਜਸੀ ਚਾਲਾਂ ਖੇਡ ਰਹੀ ਹੈ। ਉਧਰ ਇਸ ਹਫ਼ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਤਾਂ ਉਸੇ ਦਿਨ ਲਾਗੂ ਹੋ ਗਏ ਸੀ ਜਿਸ ਦਿਨ ਇਸ ਉੱਪਰ ਰਾਸ਼ਟਰਪਤੀ ਨੇ ਹਸਤਾਖਰ ਕੀਤੇ। ਪੰਜਾਬ ਦੇ ਸੀਐਮ ਤੇ ਨਿਸ਼ਾਨਾ ਸਾਧਦੇ ਹੋਏ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਜਿਹੇ ਮੌਕੇ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ ਹੈ, ਨਾ ਕਿ ਰਾਜਨੀਤੀ ਕਰਨ ਦੀ। आप सबको नमस्कार, सत श्री अकाल। आज पूरा देश देख रहा है हमारे देश का किसान कड़ी ठंड में रात को आसमान के नीचे खुली सड़क पे सो रहा है। ये सोच के सारी रात नींद नहीं आती। आज कोई भी देशभक्त ये देख के चैन की नींद नहीं सो सकता। ये लड़ाई सिर्फ हमारे किसान भाइयों की नहीं है, ये हम सब की लड़ाई है। जरा सोचिए, जो 2 वक्त की रोटी हम खाते हैं वो हमारे किसान भाइयों की मेहनत की उगाई हुई होती है। हम सबको इस लड़ाई में अपने किसान भाइयों का साथ देना है। कल पंजाब के मुख्यमंत्री ने मुझ पे आरोप लगाए कि दिल्ली में मैंने ये काले कानून पास कर दिए। इतने नाजुक मौके पे भी इस तरह की गिरी हुई राजनीति कैप्टन साहब कैसे कर सकते हैं? ये तो तीनों केंद्र के कानून हैं। जिस दिन राष्ट्रपति के इन तीनों कानूनों पे दस्तखत हुए थे उसी दिन ये तीनों कानून पूरे देश में लागू हो गए। अब ये किसी राज्य सरकार के ऊपर नहीं है कि वो इन्हें लागू करेगी या नहीं करेगी। अगर राज्य सरकारों पे होता तो देश भर से किसान केंद्र सरकार से बात करने के लिए दिल्ली क्यों आते? वो अपने अपने राज्य के मुख्यमंत्रियों से मांग करते। ये कानून केंद्र सरकार लाई है और कोई भी राज्य सरकार इन कानूनों को ना तो रोक सकती है और ना पास कर सकती है। अब सवाल ये है कि जब कैप्टन साहब को ये बात पता है तो फिर उन्होंने मुझ पर ये झूठे आरोप क्यों लगाए? इसका एक बहुत बड़ा कारण है। जब से हमने दिल्ली के 9 स्टेडियम को जेल बनाने से रोका है तब से केंद्र की भाजपा सरकार मुझसे बहुत ज्यादा नाराज है। केंद्र सरकार का पूरा प्लान था कि जब किसान दिल्ली आएंगे तो उन्हें इन 9 स्टेडियम में डाल देंगे। हमने स्टेडियम को जेल बनाने की इजाजत नहीं दी तो वो लोग अब मुझसे बहुत नाराज हैं। मुझे पता है कि स्टेडियम को जेल बनाने के लिए मुझ पे कितना दबाव आया था, किस किस का फोन नहीं आया। लेकिन जिंदगी में कुछ ऐसे मौके आते हैं जब आप अपने ज़मीर की सुनते हो, नतीजे की परवाह नहीं करते। कैप्टन साहब, क्या इन्हीं लोगों का आप पे दबाव है जो आप मुझ पे झूठे आरोप लगा रहे हो, मुझे गालियां दे रहे हो, बीजेपी की बोली बोल रहे हो, बीजेपी के साथ ये दोस्ती निभा रहे हो, या कोई दबाव है क्योंकि आपके परिवार पे ईडी के केस चल रहे हैं आजकल और ईडी के नोटिस भी आ रहे हैं आजकल। कैप्टन साहब के पास ये बिल रोकने के कई मौके आए। पंजाब के लोग पूछ रहे हैं कि तब कैप्टन साहब ने इन बिलों को क्यों नहीं रोका। आज से 1.5 साल पहले 2019 में केंद्र सरकार ने ये तीनों काले कानून बनाने के लिए एक कमेटी बनाई थी। उस कमेटी में पता है कौन था? उस कमेटी में कैप्टन साहब थे। कैप्टन साहब, पंजाब के लोग आपसे पूछ रहे हैं कि आपने उस कमेटी में इन काले कानूनों को क्यों नहीं रोका? आपने कमेटी में एक बार भी इन काले कानूनों का विरोध क्यों नहीं किया? आपने बाहर आके लोगों को क्यों नहीं बताया कि केंद्र सरकार इतने खतरनाक कानून बनाने जा रही है? कैप्टन साहब, आपके पास 1 नहीं, 2 नहीं, 3 नहीं, इतने मौके आए जब आप इन बिलों को रोक सकते थे।
आज पंजाब का किसान आपसे पूछ रहा है कि आपने ये बिल क्यों नहीं रोके। आज दिल्ली की सरहद पे पंजाब का किसान है और देश की सरहद पे उसी किसान का बेटा पंजाब का जवान है। अभी कुछ दिन पहले पंजाब के एक किसान सरदार कुलवंत सिंह जी दिल्ली की सरहद पे बैठे हुए थे और खबर आई कि उनका 22 साल का जवान बेटा सुखबीर सिंह बॉर्डर पे देश के लिए शहीद हो गया। इस सब के बीच जब कुछ लोग आए दिन किसानों को आतंकवादी बुलाते हैं, देशद्रोही कहते हैं, तो मैं सोचता हूं कि बॉर्डर पर उन जवानों पर क्या बीतती होगी जिनके किसान मां बाप को आतंकवादी कहा जा रहा है। आज हम सबको तय करना होगा कि हम देश के किसानों के साथ हैं या उन्हें आतंकवादी कहने वालों के साथ हैं। मेरी सभी देशवासियों से अपील है कि हर देशभक्त किसानों का साथ दे। मेरी सभी आम आदमी पार्टी के लोगों से अपील है, कोई राजनीति नहीं करनी, सभी पार्टियों के लोगों के साथ मिलके भारतीय बनके किसानों की सेवा करनी है। राजनीति करने को पूरी जिंदगी पड़ी है, अभी बस सेवादार बन के सेवा करो। हमें इस इनकलाब का ना राजनीतिकरण करना है और ना इस इनकलाब का राजनीतिकरण होने देना है। मेरी केंद्र सरकार से अपील है कि किसानों को सभी मांगे किसानों की तुरंत मानी जाएं और एमएसपी की गारंटी को कानून में डाला जाए। ब्यूरो रिपोर्ट, निरपक्ष पोस्ट। पंजाब ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ। ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakhpost.com।